दर्शकों का निੱਘਾ स्वागत है। मैं हाँ ਤੁਹਾਡੇ ਨਾਲ ਅਨੁਵੀਰ ਕੌਰ ਤੇ ਲੈ ਕੇ ਹਾਜ਼ਰ ਆ ਪੰਜਾਬੀ ਖਬਰਾਂ ਦਾ ਬੁਲੇਟਿਨ। ਇਸ ਬੁਲੇਟਿਨ ਜ਼ਰੀਏ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਦਿਨ ਭਰ ਦੀਆਂ ਵੱਡੀਆਂ ਖਬਰਾਂ ਦੀ ਸਾਂਝ ਤੁਹਾਡੇ ਨਾਲ ਪਾਈਏ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਦੀ। ਜਸਟਿਨ ਟਰੂਡੋ ਦਾ ਵੱਡਾ ਕਬੂਲਨਾਮਾ, ਇਮੀਗ੍ਰੇਸ਼ਨ ਤਬਦੀਲੀਆਂ ਨੂੰ ਲੈ ਕੇ ਫੇਲ ਹੋਈ ਕੈਨੇਡਾ ਸਰਕਾਰ, ਹੁਣ ਤੇਜ਼ੀ ਨਾਲ ਕਰ ਰਹੇ ਹਾਂ ਕੰਮ। ਤਾਂ ਕੌਮਾਂਤਰੀ ਵਿਦਿਆਰਥੀ ਪ੍ਰੋਗਰਾਮਾਂ ਦੀ ਦੁਰਵਰਤੋਂ ਤੇ ਵੀ ਪੀਐਮ ਟਰੂਡੋ ਨੇ ਜਤਾਈ ਚਿੰਤਾ, ਕਿਹਾ ਇਮੀਗ੍ਰੇਸ਼ਨ ਚ ਧਾਂਦਲੀ ਲਈ ਮਾੜੇ ਅੰਸਰ ਜ਼ਿੰਮੇਵਾਰ। ਕੈਨੇਡੀਆਈ ਡਾਲਰ ਸਤੰਬਰ ਦੇ ਮੁਕਾਬਲੇ ਹੋਇਆ ਕਮਜ਼ੋਰ, ਅਮਰੀਕੀ ਡਾਲਰ ਦੀ ਮਜ਼ਬੂਤੀ ਕਾਰਨ ਲੂਨੀ ਡਿੱਗਿਆ ਹੇਠਾਂ, ਸਾਲ ਦੇ ਅੰਤ ਤੱਕ ਬਿਹਤਰੀ ਦੀ ਨਹੀਂ ਕੋਈ ਉਮੀਦ। ਕੈਨੇਡਾ ਅਮਰੀਕਾ ਸਰਹੱਦ ਤੇ ਭਾਰਤੀ ਪਰਿਵਾਰ ਦੀ ਮੌਤ ਦਾ ਮਾਮਲਾ, 2 ਬੱਚਿਆਂ ਸਣੇ 4 ਭਾਰਤੀਆਂ ਦੀ ਮੌਤ ਮਾਮਲੇ 'ਚ ਸੁਣਵਾਈ ਸ਼ੁਰੂ। ਇਲੀਗਲ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਜਾਂਦੇ ਪਰਿਵਾਰ ਦੀ ਹੋਈ ਸੀ ਮੌਤ, 2 ਲੋਕਾਂ ਤੇ ਲੱਗੇ ਮਨੁੱਖੀ ਤਸਕਰੀ ਦੇ ਇਲਜ਼ਾਮ। ਹੈਲੀਫੈਕਸ ਦੇ ਵਾਲਮਾਰਟ ਸਟੋਰ 'ਚ ਕੁੜੀ ਦੀ ਮੌਤ ਦਾ ਮਾਮਲਾ, ਪੁਲਿਸ ਨੇ ਸੌਂਪੀ ਮਾਮਲੇ ਦੀ ਅੰਤਿਮ ਰਿਪੋਰਟ। ਅਵਨ 'ਚ ਮਿਲੀ ਲਾਸ਼ ਨੂੰ ਪੁਲਿਸ ਨੇ ਦਿੱਤਾ ਦੁਰਘਟਨਾ ਕਰਾਰ, ਕਿਹਾ ਲੜਕੀ ਦੀ ਮੌਤ ਦੇ ਸ਼ੱਕੀ ਹੋਣ ਦਾ ਨਹੀਂ ਮਿਲਿਆ ਕੋਈ ਸਬੂਤ। ਕੈਨੇਡਾ ਪੋਸਟ ਦੇ ਕਰਮਚਾਰੀਆਂ ਦੀ ਹੜਤਾਲ ਚੌਥੇ ਦਿਨ 'ਚ ਦਾਖਲ, ਹੜਤਾਲ ਖਤਮ ਹੋਣ ਦੇ ਨਜ਼ਰ ਨਹੀਂ ਆ ਰਿਹਾ ਅਸਰ। ਹੜਤਾਲ ਕਾਰਨ ਖੈਰਾਤੀ ਸੰਸਥਾਵਾਂ ਤੇ ਛੋਟੇ ਕਾਰੋਬਾਰੀ ਬੇਹੱਦ ਚਿੰਤਤ। ਹੁਣ ਖਬਰਾਂ ਵਿਸਤਾਰ ਦੇ ਨਾਲ। ਕੁਝ ਮਾੜੇ ਅੰਸਰਾਂ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਦਾ ਗਲਤ ਫਾਇਦਾ ਚੁੱਕ ਕੇ ਇਸ ਨੂੰ ਖਤਰੇ ਦੇ ਵਿੱਚ ਪਾ ਦਿੱਤਾ ਹੈ। ਇਹ ਦਾਅਵਾ ਪੀਐਮ ਟਰੂਡੋ ਦੇ ਵੱਲੋਂ ਕੀਤਾ ਗਿਆ ਤੇ ਨਾਲ ਹੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਕੁਝ ਵੱਡੇ ਬਦਲਾਅ ਕਰਨ ਦਾ ਇਸ਼ਾਰਾ ਵੀ ਕੀਤਾ ਗਿਆ ਹੈ। ਪਰ ਕਿਹੜੇ ਬਦਲਾਅ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਹੋ ਸਕਦੇ ਨੇ ਅਤੇ ਕਿਹੜੇ ਮਾੜੇ ਅੰਸਰਾਂ ਦੇ ਵੱਲੋਂ ਦੇਸ਼ ਦੀ ਹਾਲਤ ਕਰ ਦਿੱਤੀ ਗਈ ਹੈ, ਆਓ ਸਮਝਦੇ ਹਾਂ ਇਸ ਰਿਪੋਰਟ ਦੇ ਰਾਹੀਂ। ਪੀਐਮ ਜਸਟਿਨ ਟਰੂਡੋ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਆ ਰਹੀਆਂ ਸਮੱਸਿਆਵਾਂ ਅਤੇ ਇਸ ਦੀ ਦੁਰਵਰਤੋਂ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਉਹਨਾਂ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਇਮੀਗ੍ਰੇਸ਼ਨ ਦੇ ਮੌਜੂਦਾ ਪ੍ਰੋਗਰਾਮਾਂ ਵਿੱਚ ਬਦਲਾਅ ਲਿਆਉਣ ਲਈ ਕਦਮ ਚੁੱਕ ਰਹੀ ਹੈ। ਦੱਸਦੀਏ ਕਿ ਪੀਐਮ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਕੈਨੇਡਾ ਵਿੱਚ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਅਤੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਵਿੱਚ ਤਬਦੀਲੀਆਂ ਲਿਆਉਣ ਬਾਰੇ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਅਗਲੇ 2 ਸਾਲਾਂ ਦੇ ਵਿੱਚ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਵਿੱਚ 20% ਦੀ ਕਟੌਤੀ ਕਰਨ ਦੀ ਯੋਜਨਾ ਬਣਾ ਰਹੀ ਹੈ। 2027 ਤੱਕ ਕੇਵਲ 3,65,000 ਨਵੇਂ ਪਰਮਨੈਂਟ ਰੈਜ਼ੀਡੈਂਟਸ ਨੂੰ ਕੈਨੇਡਾ ਦੇ ਵਿੱਚ ਆਉਣ ਦੀ ਆਗਿਆ ਦਿੱਤੀ ਜਾਵੇਗੀ। ਇਹ ਕਦਮ ਹਾਊਸਿੰਗ ਅਤੇ ਹੋਰ ਸਰੋਤਾਂ ਦੀ ਕਮੀ ਨਾਲ ਨਜਿੱਠਣ ਲਈ ਚੁੱਕਿਆ ਜਾ ਰਿਹਾ ਹੈ। ਇਸ ਨਾਲ ਹੀ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮਾਂ ਨੂੰ ਵੀ ਕੜਾ ਬਣਾਇਆ ਜਾ ਰਿਹਾ ਹੈ। ਪੀਐਮ ਨੇ ਕਿਹਾ ਕਿ ਕੁਝ ਮਾੜੇ ਅੰਸਰਾਂ ਨੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਦਾ ਗਲਤ ਫਾਇਦਾ ਚੁੱਕਿਆ ਹੈ। ਉਹਨਾਂ ਨੇ ਕਿਹਾ ਕਿ ਕਈ ਕਾਰਪੋਰੇਸ਼ਨਾਂ ਨੇ ਸਿਸਟਮ ਦੀ ਦੁਰਵਰਤੋਂ ਕਰਕੇ ਮੂਲ ਸਮੂਹਾਂ ਨੂੰ ਨੁਕਸਾਨ ਪਹੁੰਚਾਇਆ। ਬਹੁਤ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਨੇ ਆਪਣੇ ਲਾਭ ਲਈ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮਾਂ ਦੀ ਵਰਤੋਂ ਕੀਤੀ, ਕਿਉਂਕਿ ਵਿਦਿਆਰਥੀ ਬਹੁਤ ਜ਼ਿਆਦਾ ਟਿਊਸ਼ਨ ਫੀਸ ਅਦਾ ਕਰਦੇ ਨੇ। ਉਹਨਾਂ ਨੇ ਕਿਹਾ ਕਿ ਮਹਾਮਾਰੀ ਦੇ ਬਾਅਦ ਦੀ ਸਥਿਤੀ ਵਿੱਚ ਮੰਦੀ ਨੂੰ ਟਾਲਣ ਲਈ ਇਮੀਗ੍ਰੇਸ਼ਨ ਨੂੰ ਵਧਾਉਣਾ ਲਾਜ਼ਮੀ ਸੀ, ਪਰ ਹੁਣ ਜਦੋਂ ਲੇਬਰ ਮਾਰਕੀਟ ਵਿੱਚ ਖੁਲਾਰਾ ਆਇਆ ਤਾਂ ਸਰਕਾਰ ਨੂੰ ਸਥਿਤੀ ਨੂੰ ਸੰਭਾਲਣ ਲਈ ਤੁਰੰਤ ਕਦਮ ਚੁੱਕਣੇ ਪੈ ਰਹੇ ਨੇ। ਉਹਨਾਂ ਨੇ ਕਿਹਾ ਕਿ ਨਵੀਂ ਇਮੀਗ੍ਰੇਸ਼ਨ ਯੋਜਨਾ ਵਿੱਚ ਸਥਾਈ ਅਤੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਨੂੰ ਸਥਿਰ ਕੀਤਾ ਜਾਵੇਗਾ। ਸਰਕਾਰ ਨੇ ਕਿਹਾ ਹੈ ਕਿ ਇਸ ਕਦਮ ਨਾਲ ਘੱਟ ਆਬਾਦੀ ਵਾਲੇ ਖੇਤਰਾਂ ਵਿੱਚ ਘਰ ਉਪਲਬਧ ਕਰਵਾਉਣ ਅਤੇ ਹੋਰ ਸਰੋਤਾਂ ਦਾ ਸੰਤੁਲਨ ਬਣਾਏ ਰੱਖਣ ਦੇ ਵਿੱਚ ਮਦਦ ਮਿਲੇਗੀ। ਉਧਰ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਵ ਨੇ ਟਰੂਡੋ ਦੇ ਇਮੀਗ੍ਰੇਸ਼ਨ ਨੀਤੀ ਤੇ ਸਖਤ ਟਿੱਪਣੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਟਰੂਡੋ ਆਪਣੀ ਹੀ ਨੀਤੀਆਂ ਦੀ ਨਾਕਾਮੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪੋਲੀਐਵ ਨੇ ਕਿਹਾ ਕਿ ਕੈਨੇਡਾ ਨੂੰ ਦੁਨੀਆ ਦੀ ਸਭ ਤੋਂ ਵਧੀਆ ਇਮੀਗ੍ਰੇਸ਼ਨ ਪ੍ਰਣਾਲੀ ਵਜੋਂ ਵਾਪਸੀ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀ ਨੇ ਕਿਹਾ ਹੈ ਕਿ ਵੀਡੀਓ ਕੈਨੇਡੀਅਨਸ ਤੱਕ ਸਰਕਾਰੀ ਨੀਤੀਆਂ ਨੂੰ ਪਹੁੰਚਾਉਣ ਦਾ ਇੱਕ ਹਿੱਸਾ ਹੈ। ਉਹਨਾਂ ਦੱਸਿਆ ਕਿ ਇਸ ਨੂੰ ਅਮਰੀਕੀ ਚੋਣਾਂ ਤੋਂ ਪਹਿਲਾਂ ਫਿਲਮਾਇਆ ਗਿਆ ਸੀ, ਕਿਉਂਕਿ ਡੋਨਾਲਡ ਟਰੰਪ ਦੇ ਅਨਿਯਮਿਤ ਪ੍ਰਵਾਸੀ ਪ੍ਰਬੰਧਨ ਦੇ ਵਾਅਦੇ ਨਾਲ ਸਥਿਤੀ ਖਰਾਬ ਹੋ ਸਕਦੀ ਸੀ। ਟਰੂਡੋ ਦੇ ਇਮੀਗ੍ਰੇਸ਼ਨ ਬਦਲਾਅ ਕੈਨੇਡਾ ਲਈ ਇੱਕ ਵੱਡੇ ਮੋੜ ਵਜੋਂ ਦੇਖੇ ਜਾ ਰਹੇ ਨੇ। ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਦੇ ਫੈਸਲੇ ਤੋਂ ਲੈ ਕੇ ਧਾਂਦਲੀ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾ ਰਹੇ ਨੇ। ਹਾਲਾਂਕਿ ਸਵਾਲ ਅਜੇ ਵੀ ਬਰਕਰਾਰ ਹੈ ਕਿ ਕੀ ਇਹ ਤਬਦੀਲੀਆਂ ਕੈਨੇਡਾ ਦੇ ਸਿਸਟਮ ਨੂੰ ਸੁਧਾਰਨਗੀਆਂ ਜਾਂ ਹੋਰ ਮੁਸ਼ਕਲਾਂ ਖੜੀਆਂ ਕਰਨਗੀਆਂ। ਧਾਂਦਲੀ ਕਰਨ ਵਾਲੇ ਮਾੜੇ ਅੰਸਰਾਂ ਨੂੰ ਰੋਕਣ ਲਈ ਸਰਕਾਰ ਕੀ ਕਦਮ ਚੁੱਕਦੀ ਹੈ, ਆਉਣ ਵਾਲੇ ਸਮੇਂ ਵਿੱਚ ਇਮੀਗ੍ਰੇਸ਼ਨ ਪਾਲਿਸੀ ਤੇ ਇਹ ਨਵੇਂ ਫੈਸਲੇ ਕਿਵੇਂ ਪ੍ਰਭਾਵ ਪਾਉਂਦੇ ਨੇ, ਇਹ ਵੇਖਣਾ ਦਿਲਚਸਪ ਹੋਵੇਗਾ। ਬਿਊਰੋ ਰਿਪੋਰਟ ਦ ਟੀਵੀ NRI। ਕੈਨੇਡਾ ਦੇ ਵਿੱਚ ਘਰਾਂ ਦੀ ਘਾਟ ਲਗਾਤਾਰ ਲੋਕਾਂ ਨੂੰ ਮਹਿਸੂਸ ਹੋ ਰਹੀ ਹੈ, ਇਸ ਕਰਕੇ ਘਰ ਨਵੇਂ ਬਣਾਏ ਜਾ ਰਹੇ ਨੇ। ਤੇ ਹੁਣ ਇੱਕ ਅੰਕੜੇ ਸਾਹਮਣੇ ਆਏ ਨੇ ਜਿਸ ਮੁਤਾਬਕ ਪਿਛਲੇ ਮਹੀਨੇ ਘਰ ਬਣਾਉਣ ਦੇ ਕੰਮ ਦੇ ਵਿੱਚ 8% ਦੀ ਵਾਧਾ ਦਰਜ ਕੀਤਾ ਗਿਆ। ਪਰ ਕੀ ਇਸ ਵਾਧੇ ਨਾਲ ਹਾਊਸਿੰਗ ਸੰਕਟ ਖਤਮ ਹੋ ਜਾਵੇਗਾ ਜਾਂ ਇਹ ਸਿਰਫ ਅਸਥਾਈ ਹੱਲ ਹੈ, ਇਹੀ ਸਮਝਦੇ ਹਾਂ ਇਸ ਰਿਪੋਰਟ ਦੇ ਰਾਹੀਂ। ਕੈਨੇਡਾ 'ਚ ਅਕਤੂਬਰ 2024 ਵਿੱਚ ਘਰ ਬਣਾਉਣ ਦੀ ਗਤੀ ਵਿੱਚ 8% ਦੀ ਵਾਧਾ ਹੋਇਆ ਹੈ। ਇਹ ਅੰਕੜੇ ਸਤੰਬਰ ਨਾਲੋਂ ਕਾਫੀ ਉੱਪਰ ਨੇ।
ਕੈਨੇਡਾ ਮੋਰਟਗੇਜ ਅਤੇ ਹਾਊਸਿੰਗ ਕਾਰਪੋਰੇਸ਼ਨ ਮੁਤਾਬਿਕ ਅਕਤੂਬਰ ਦੌਰਾਨ ਸੈਜ਼ਨਲੀ ਐਡਜਸਟ ਕੀਤੇ ਸਾਲਾਨਾ ਹਾਊਸਿੰਗ ਸ਼ੁਰੂਆਤਾਂ ਦੀ ਗਿਣਤੀ 2,40,761 ਯੂਨਿਟ ਰਹੂ, ਜੋ ਕਿ ਸਤੰਬਰ ਵਿੱਚ 2,23,391 ਯੂਨਿਟ ਸੀ। ਸ਼ਹਿਰੀ ਖੇਤਰਾਂ ਵਿੱਚ ਨਵੇਂ ਘਰਾਂ ਦੀ ਗਿਣਤੀ 6% ਵੱਧ ਕੇ 2,23,111 ਯੂਨਿਟ ਹੋ ਗਈ ਹੈ। ਮਲਟੀ ਯੂਨਿਟ ਘਰਾਂ, ਜਿਸ 'ਚ ਅਪਾਰਟਮੈਂਟ, ਕੋਂਡੋਜ਼ ਅਤੇ ਟਾਊਨ ਹਾਊਸ ਆਉਂਦੇ ਨੇ, ਉਹਨਾਂ ਵਿੱਚ 7% ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਅੰਕੜਾ 1,75,705 ਯੂਨਿਟ ਤੱਕ ਪਹੁੰਚ ਗਿਆ ਹੈ। ਸਿੰਗਲ ਡਿਟੈਚਡ ਘਰਾਂ ਵਿੱਚ ਕੇਵਲ 1% ਦੀ ਗਤੀ ਆਈ ਹੈ, ਜਿਸ ਨਾਲ ਇਹ ਗਿਣਤੀ 47,406 ਯੂਨਿਟ ਰਹੀ ਹੈ। ਰੂਰਲ ਖੇਤਰਾਂ ਵਿੱਚ ਨਵੇਂ ਘਰਾਂ ਦੀ ਗਿਣਤੀ ਲਗਭਗ 17,650 ਯੂਨਿਟ ਰਹੀ ਹੈ। ਇਹ ਦਰਸਾਉਂਦਾ ਹੈ ਕਿ ਪਿੰਡਾਂ ਵਿੱਚ ਮਕਾਨਾਂ ਦੀ ਮੰਗ ਹਾਲੇ ਵੀ ਸਥਿਰ ਹੈ, ਪਰ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਇੱਥੇ ਵਾਧਾ ਹੌਲੀ ਹੈ। 6 ਮਹੀਨਿਆਂ ਦਾ ਔਸਤ ਸਥਿਰ ਰਿਹਾ। ਹਾਲਾਂਕਿ ਅਕਤੂਬਰ ਦੇ ਅੰਕੜੇ ਵਾਧਾ ਦਿਖਾਉਂਦੇ ਨੇ, ਪਰ 6 ਮਹੀਨਿਆਂ ਦਾ ਮੂਵਿੰਗ ਐਵਰੇਜ ਅਕਤੂਬਰ ਵਿੱਚ 2,43,522 ਯੂਨਿਟ ਤੇ ਸਥਿਰ ਰਿਹਾ। ਇਹ ਮੂਵਿੰਗ ਐਵਰੇਜ ਸਾਲਾਨਾ ਹਾਊਸਿੰਗ ਮਾਰਕੀਟ ਦੇ ਦਰ ਪੂਰੇ ਤੌਰ ਤੇ ਸਮਝਣ ਲਈ ਮਹੱਤਵਪੂਰਨ ਹੈ। ਇਹ ਵਾਧੇ ਵਾਲੇ ਅੰਕੜੇ ਦਰਸਾਉਂਦੇ ਨੇ ਕਿ ਕੈਨੇਡਾ ਵਿੱਚ ਘਰਾਂ ਦੀ ਮੰਗ ਹਾਲੇ ਵੀ ਬਹੁਤ ਜ਼ਿਆਦਾ ਹੈ। ਮਲਟੀ ਯੂਨਿਟ ਘਰਾਂ ਵਿੱਚ ਵਾਧੇ ਨੇ ਮਾਰਕੀਟ ਨੂੰ ਮਜ਼ਬੂਤ ਬਣਾਇਆ ਹੈ। ਮਕਾਨਾਂ ਦੀ ਮੰਗ, ਖਾਸ ਕਰਕੇ ਅਪਾਰਟਮੈਂਟ ਅਤੇ ਕੋਂਡੋ ਜਿਵੇਂ ਮਲਟੀ ਯੂਨਿਟ ਘਰਾਂ ਲਈ ਸ਼ਹਿਰੀ ਖੇਤਰਾਂ ਵਿੱਚ ਜ਼ਿਆਦਾ ਦਿਖ ਰਹੀ ਹੈ, ਜਦਕਿ ਅੰਕੜੇ ਮਾਰਕੀਟ ਵਿੱਚ ਉਤਸ਼ਾਹ ਪੈਦਾ ਕਰਦੇ ਨੇ। ਪਰ ਇਹ ਵੀ ਸਪਸ਼ਟ ਹੈ ਕਿ ਘਰਾਂ ਦੀ ਉਪਲਬਧਤਾ ਹਾਲੇ ਵੀ ਜਾਰੀ ਹੈ। ਘੱਟ ਲਾਗਤ ਵਾਲੇ ਘਰਾਂ ਦੀ ਮੰਗ ਵਿੱਚ ਵਾਧਾ ਹੈ, ਪਰ ਸਿੰਗਲ ਡਿਟੈਚਡ ਘਰਾਂ ਦੀ ਮੰਗ ਕਮਜ਼ੋਰ ਰਹੀ ਹੈ। ਮਲਟੀ ਯੂਨਿਟ ਪ੍ਰੋਜੈਕਟਾਂ ਦੀ ਪ੍ਰਧਾਨਤਾ ਦਿਖਾ ਰਹੀ ਹੈ ਕਿ ਲੋਕ ਹੁਣ ਸਮੁਦਾਇਕ ਅਤੇ ਛੋਟੇ ਮਕਾਨਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਨੇ। ਕੈਨੇਡਾ ਦੀ ਹਾਊਸਿੰਗ ਮਾਰਕੀਟ ਹੌਲੀ-ਹੌਲੀ ਮਜ਼ਬੂਤ ਹੋ ਰਹੀ ਹੈ। CMHC ਦੇ ਅੰਕੜੇ ਦਰਸਾਉਂਦੇ ਨੇ ਕਿ ਮਾਰਕੀਟ ਵਿੱਚ ਉਭਾਰ ਹੈ, ਪਰ ਹਰੇਕ ਪੱਖ ਤੇ ਕੰਮ ਕਰਨ ਦੀ ਲੋੜ ਹੈ। ਘਰ ਬਣਾਉਣ ਦੀ ਵਧਦੀ ਹੋਈ ਰਫ਼ਤਾਰ ਕੈਨੇਡਾ ਦੇ ਹਾਊਸਿੰਗ ਸੰਕਟ ਦਾ ਹੱਲ ਹੋ ਸਕਦੀ ਹੈ, ਪਰ ਇਸ ਦਾ ਵਿਕਾਸ ਸਿਰਫ ਨਵੀਨਯੋਗ ਅਤੇ ਸਸਤੇ ਮਕਾਨਾਂ ਨਾਲ ਹੀ ਸੰਭਵ ਹੈ। ਅਤੇ ਕੀ ਘਰ ਬਣਾਉਣ ਦੀ ਇਹ ਰਫ਼ਤਾਰ ਹਾਊਸਿੰਗ ਸੰਕਟ ਨੂੰ ਹੱਲ ਕਰਨ ਦੇ ਯਤਨਾਂ ਨੂੰ ਤਾਕਤ ਦੇਵੇਗੀ ਜਾਂ ਰਾਹ ਵਿੱਚ ਹੋਰ ਵੀ ਰੁਕਾਵਟਾਂ ਖੜੀਆਂ ਕਰੇਗੀ? ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਬਿਊਰੋ ਰਿਪੋਰਟ, ਦ TVNRI। ਕੈਨੇਡਾ 'ਚ ਅਰਥ ਵਿਵਸਥਾ ਡਾਵਾਡੋਲ ਹੈ ਤੇ ਹੁਣ ਇੱਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਦਰਅਸਲ ਕੈਨੇਡੀਆਈ ਡਾਲਰ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਅਰਥ ਵਿਵਸਥਾ ਤੇ ਤਾਂ ਅਸਰ ਪਵੇਗਾ ਹੀ, ਨਾਲ ਹੀ ਮਹਿੰਗਾਈ ਵਧਣ ਦੇ ਵੀ ਆਸਾਰ ਨੇ। ਪਰ ਆਖਰ ਇਸ ਦਾ ਕਾਰਨ ਕੀ ਹੈ ਅਤੇ ਸਰਕਾਰ ਇਸ ਨੂੰ ਹੋਰ ਡਿੱਗਣ ਤੋਂ ਕਿਵੇਂ ਬਚਾ ਸਕਦੀ ਹੈ, ਇਸ ਰਿਪੋਰਟ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕੈਨੇਡੀਆਈ ਡਾਲਰ, ਜਿਸ ਨੂੰ ਲੂਨੀ ਵੀ ਕਿਹਾ ਜਾਂਦਾ ਹੈ, ਉਸ ਦੇ ਮੁੱਲ ਵਿੱਚ ਇਸ ਸਾਲ ਦੇ ਅੰਤ ਤੱਕ ਕਮਜ਼ੋਰੀ ਬਣੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਕੈਨੇਡਾ ਡਾਲਰ ਸੋਮਵਾਰ ਨੂੰ 71.18 ਸੈਂਟ ਅਮਰੀਕੀ ਡਾਲਰ ਦੇ ਮੁਕਾਬਲੇ ਥੋੜਾ ਵਧਿਆ ਹੈ, ਪਰ ਇਹ ਅਜੇ ਵੀ ਕਾਫੀ ਹੇਠਾਂ ਹੈ। ਸਤੰਬਰ ਦੇ ਮੁਕਾਬਲੇ ਕੈਨੇਡੀਆਈ ਡਾਲਰ ਦੇ ਮੁੱਲ ਵਿੱਚ ਲਗਭਗ 4% ਦੀ ਗਿਰਾਵਟ ਹੋਈ ਹੈ। ਇਹ ਗਿਰਾਵਟ ਦਰਸਾਉਂਦੀ ਹੈ ਕਿ ਕੈਨੇਡਾ ਦੀ ਅਰਥ ਵਿਵਸਥਾ ਇਸ ਸਮੇਂ ਕਈ ਮੁਸ਼ਕਲਾਂ ਨਾਲ ਜੂਝ ਰਹੀ ਹੈ। ਕਮਜ਼ੋਰ ਡਾਲਰ ਨੇ ਵਿਦੇਸ਼ੀ ਵਪਾਰ ਤੇ ਮਹਿੰਗਾਈ ਨੂੰ ਪ੍ਰਭਾਵਿਤ ਕੀਤਾ ਹੈ। ਇਸ ਗਿਰਾਵਟ ਦਾ ਮੁੱਖ ਕਾਰਨ ਅਮਰੀਕੀ ਡਾਲਰ ਦੀ ਮਜ਼ਬੂਤੀ ਹੈ। ਡੋਨਾਲਡ ਟਰੰਪ ਦੇ ਮੁੜ ਚੁਣੇ ਜਾਣ ਦੇ ਨਤੀਜੇ ਵਜੋਂ ਅਮਰੀਕੀ ਡਾਲਰ ਨੇ ਅਚਾਨਕ ਵਧੀਆ ਦਰਜ ਪ੍ਰਾਪਤ ਕੀਤੀ। ਟਰੰਪ ਨੇ ਵਾਅਦਾ ਕੀਤਾ ਹੈ ਕਿ ਉਹ ਸਾਰੇ ਅਮਰੀਕੀ ਆਯਾਤਾਂ ਤੇ ਵਿਆਪਕ ਸ਼ੁਲਕ ਲਗਾਉਣਗੇ। ਇਹ ਕਦਮ ਕੈਨੇਡਾ ਅਤੇ ਹੋਰ ਦੇਸ਼ਾਂ ਨਾਲ ਵਪਾਰਕ ਸਬੰਧਾਂ ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ। CIBC ਕੈਪੀਟਲ ਮਾਰਕੀਟਸ ਦੀ ਕੈਥਰੀਨ ਜੱਜ ਨੇ ਕਿਹਾ ਹੈ ਕਿ ਟਰੰਪ ਵੱਲੋਂ ਤਜਵੀਜ਼ ਕੀਤੇ ਗਏ ਨਵੇਂ ਟੈਕਸਾਂ ਦੀ ਧਮਕੀ ਕਾਰਨ ਕੈਨੇਡਾ ਡਾਲਰ ਅਗਲੇ ਕੁਝ ਮਹੀਨਿਆਂ ਤੱਕ ਕਮਜ਼ੋਰ ਹੀ ਰਹੇਗਾ। ਉਹਨਾਂ ਨੇ ਕਿਹਾ ਹੈ ਕਿ ਸਥਿਤੀ 2025 ਦੀ ਸ਼ੁਰੂਆਤ ਦੇ ਵਿੱਚ ਸੁਧਰ ਸਕਦੀ ਹੈ ਜੇਕਰ ਕੈਨੇਡਾ ਟਰੰਪ ਪ੍ਰਸ਼ਾਸਨ ਨਾਲ ਸਫਲ ਸੰਵਾਦ ਕਰਕੇ ਵਪਾਰ ਸਬੰਧਾਂ ਨੂੰ ਮੁੜ ਸਥਿਰ ਕਰ ਸਕੇ। ਕਮਜ਼ੋਰ ਕੈਨੇਡਾ ਡਾਲਰ ਕਾਰਨ ਕਈ ਪ੍ਰਭਾਵ ਵੀ ਸਾਹਮਣੇ ਆ ਸਕਦੇ ਨੇ। ਕਮਜ਼ੋਰ ਡਾਲਰ ਕਰਕੇ ਵਿਦੇਸ਼ੀ ਉਤਪਾਦਾਂ ਦੇ ਮੁੱਲ ਵਿੱਚ ਵਾਧਾ ਹੋਵੇਗਾ, ਜਿਸ ਨਾਲ ਆਮ ਲੋਕਾਂ ਦੀ ਜੇਬ ਤੇ ਭਾਰ ਪਵੇਗਾ। ਉੱਥੇ ਹੀ ਕੈਨੇਡਾ ਦੇ ਨਾਗਰਿਕਾਂ ਲਈ ਵਿਦੇਸ਼ਾਂ ਵਿੱਚ ਯਾਤਰਾ ਅਤੇ ਖਰਚ ਕਰਨਾ ਹੋਰ ਜ਼ਿਆਦਾ ਮਹਿੰਗਾ ਹੋ ਜਾਵੇਗਾ। ਹਾਲਾਂਕਿ ਵਿਦੇਸ਼ ਵਿੱਚ ਕਮਜ਼ੋਰ ਡਾਲਰ ਕੁਝ ਹੱਦ ਤੱਕ ਨਿਰਯਾਤਕ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ, ਕਿਉਂਕਿ ਕੈਨੇਡਾ ਦੇ ਉਤਪਾਦ ਵਿਦੇਸ਼ੀ ਮਾਰਕੀਟ ਦੇ ਵਿੱਚ ਸਸਤੇ ਹੋਣਗੇ। ਕੈਨੇਡਾ ਲਈ ਸਭ ਤੋਂ ਵੱਡੀ ਚੁਣੌਤੀ ਟਰੰਪ ਦੇ ਵਪਾਰਕ ਟੈਕਸ ਨਾਲ ਨਜਿੱਠਣਾ ਹੋਵੇਗਾ। ਇਹ ਟੈਕਸ ਕੈਨੇਡਾ ਅਮਰੀਕਾ ਵਪਾਰਕ ਸਬੰਧਾਂ ਨੂੰ ਬਹੁਤ ਪ੍ਰਭਾਵਿਤ ਕਰ ਸਕਦੇ ਨੇ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੈਨੇਡਾ ਇਸ ਸਮੇਂ ਵਧੀਆ ਰਣਨੀਤੀ ਨਹੀਂ ਬਣਾਉਂਦਾ ਤਾਂ ਇਸ ਦੇ ਨਤੀਜੇ ਲੰਬੇ ਸਮੇਂ ਤੱਕ ਅਰਥ ਵਿਵਸਥਾ ਲਈ ਨੁਕਸਾਨਦਾਇਕ ਹੋ ਸਕਦੇ ਨੇ। 2025 ਵਿੱਚ ਜੇਕਰ ਕੈਨੇਡਾ ਆਪਣੇ ਵਪਾਰਕ ਸਬੰਧਾਂ ਨੂੰ ਸਥਿਰ ਕਰਨ ਲਈ ਸਫਲ ਵਾਰਤਾਵਾਂ ਕਰਦਾ ਹੈ ਤਾਂ ਡਾਲਰ ਦੀ ਸਥਿਤੀ ਬਿਹਤਰ ਹੋ ਸਕਦੀ ਹੈ। ਇਸ ਲਈ ਸਰਕਾਰ ਅਤੇ ਵਪਾਰਕ ਮੂਲ ਸਾਥੀ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਨੇ ਕਿ ਸੰਕਟ ਤੋਂ ਬਾਹਰ ਆਉਣ ਦਾ ਰਸਤਾ ਲੱਭਿਆ ਜਾਵੇ। ਕੈਨੇਡੀਅਨ ਡਾਲਰ ਦੀ ਗਿਰਾਵਟ ਸਿਰਫ ਇੱਕ ਅਰਥ ਵਿਵਸਥਾ ਦੀ ਗੱਲ ਨਹੀਂ ਹੈ, ਸਗੋਂ ਇਹ ਕੈਨੇਡੀਅਨ ਜੀਵਨ ਸ਼ੈਲੀ, ਵਪਾਰ ਅਤੇ ਵਿਦੇਸ਼ੀ ਸਬੰਧਾਂ ਨੂੰ ਗੰਭੀਰ ਤੌਰ ਤੇ ਪ੍ਰਭਾਵਿਤ ਕਰ ਰਹੀ ਹੈ, ਜਦਕਿ ਅਗਲੇ ਸਾਲ ਬਿਹਤਰੀ ਦੀ ਉਮੀਦ ਹੈ।
ਇਹ ਵਾਅਦਾ ਕੈਨੇਡਾ ਦੀ ਯੋਜਨਾਵਾਂ ਅਤੇ ਸੰਵਾਦ ਦੇ ਸਫਲ ਨਤੀਜਿਆਂ ਤੇ ਨਿਰਭਰ ਕਰੇਗਾ। ਡਾਲਰ ਦੀ ਸਥਿਤੀ 2025 ਵਿੱਚ ਸੁਧਰਨ ਦੀ ਸੰਭਾਵਨਾ ਹੈ। ਇਹ ਕੈਨੇਡਾ ਦੇ ਵਪਾਰਕ ਰਵੱਈਏ ਅਤੇ ਅਮਰੀਕਾ ਨਾਲ ਸੰਵਾਦ ਦੇ ਸਫਲ ਨਤੀਜਿਆਂ ਤੇ ਨਿਰਭਰ ਕਰੇਗੀ। ਹੁਣ ਇਹ ਵੇਖਣਾ ਬਾਕੀ ਹੈ ਕਿ ਕੀ ਕੈਨੇਡਾ ਆਪਣੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਦੇ ਯਤਨਾਂ ਵਿੱਚ ਸਫਲ ਹੋਵੇਗਾ ਜਾਂ ਕਮਜ਼ੋਰ ਡਾਲਰ ਕੈਨੇਡੀਅਨ ਨਾਗਰਿਕਾਂ ਲਈ ਹੋਰ ਮੁਸ਼ਕਲਾਂ ਖੜੀਆਂ ਕਰੇਗਾ। ਬਿਊਰੋ ਰਿਪੋਰਟ, ਦ ਟੀਵੀ NRI। ਛੋਟੇ ਕਾਰੋਬਾਰੀਆਂ ਤੋਂ ਲੈ ਕੇ ਸੰਸਥਾਵਾਂ ਤੱਕ ਸਭ ਦੇ ਮਨ ਦੇ ਵਿੱਚ ਸਿਰਫ ਇੱਕ ਹੀ ਸਵਾਲ ਹੈ ਕਿ ਆਖਰ ਕੈਨੇਡਾ ਪੋਸਟ ਦੇ ਕਾਮਿਆਂ ਦੀ ਹੜਤਾਲ ਕਦੋਂ ਖਤਮ ਹੋਵੇਗੀ, ਕਿਉਂਕਿ ਕੈਨੇਡਾ ਪੋਸਟ ਦੇ ਕਰੀਬ 55,000 ਮੁਲਾਜ਼ਮ ਹੜਤਾਲ ਤੇ ਨੇ, ਜਿਸ ਨਾਲ ਕੰਮਕਾਜ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਰਿਹਾ ਹੈ। ਹਾਲਾਂਕਿ ਸਰਕਾਰ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਫਿਰ ਵੀ ਮਸਲੇ ਦਾ ਹੱਲ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ। ਪਰ ਹੁਣ ਸਵਾਲ ਇਹ ਹੈ ਕਿ ਆਖਰ ਜੇ ਦੋਵੇਂ ਧਿਰਾਂ ਸਮਝੌਤੇ ਲਈ ਤਿਆਰ ਨਹੀਂ ਹੁੰਦੀਆਂ ਤਾਂ ਇਸ ਨਾਲ ਕਿੰਨਾ ਕੁ ਨੁਕਸਾਨ ਹੋਵੇਗਾ, ਇਹੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਸ ਰਿਪੋਰਟ ਦੇ ਰਾਹੀਂ। ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਖਤਮ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਅਤੇ ਛੋਟੇ ਕਾਰੋਬਾਰੀਆਂ ਦੇ ਨਾਲ-ਨਾਲ ਖੈਰਾਤੀ ਸੰਸਥਾਵਾਂ ਵੀ ਚਿੰਤਾ ਦੇ ਵਿੱਚ ਨੇ, ਜਿਨ੍ਹਾਂ ਨੂੰ ਡਾਕ ਸੇਵਾ ਰਾਹੀਂ ਆਰਥਿਕ ਸਹਾਇਤਾ ਦੇ ਚੈੱਕ ਪੁੱਜਦੇ ਨੇ। 2011 ਵਿੱਚ ਹੋਈ ਹੜਤਾਲ ਵੇਲੇ 2 ਹਫ਼ਤੇ ਕੰਮਕਾਜ ਠੱਪ ਰਿਹਾ ਅਤੇ ਸਟੀਫਨ ਹਾਰਪਰ ਸਰਕਾਰ ਨੂੰ ਬੈਕ ਟੂ ਵਰਕ ਕਾਨੂੰਨ ਰਾਹੀਂ ਹੜਤਾਲ ਖਤਮ ਕਰਵਾਉਣੀ ਪਈ ਸੀ। 2018 ਵਿੱਚ ਟਰੂਡੋ ਸਰਕਾਰ ਨੇ ਵੀ ਬੈਕ ਟੂ ਵਰਕ ਕਾਨੂੰਨ ਰਾਹੀਂ ਕੈਨੇਡਾ ਪੋਸਟ ਦੇ ਮੁਲਾਜ਼ਮਾਂ ਨੂੰ ਕੰਮ ਤੇ ਸੱਦਿਆ ਸੀ। ਵੈਨਕੂਵਰ ਦੇ ਯੂਨੀਅਨ ਗੌਸਪਲ ਮਿਸ਼ਨ ਦੀ ਤਰਜਮਾਨ ਨਿਕੋਲ ਮੂਚੀ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਨੂੰ ਮਿਲਣ ਵਾਲੇ ਦਾਨ ਦਾ ਅੱਧਾ ਹਿੱਸਾ ਥੈਂਕਸਗਿਵਿੰਗ ਅਤੇ ਕ੍ਰਿਸਮਸ ਦੇ ਦਰਮਿਆਨ ਆਉਂਦਾ ਹੈ। ਪਰ ਇਸ ਵਾਰ ਡਾਕ ਮੁਲਾਜ਼ਮਾਂ ਦੀ ਹੜਤਾਲ ਚਿੰਤਾਵਾਂ ਵਧਾ ਰਹੀ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਦਾਨੀ ਸੱਜਣ ਡਾਕ ਰਾਹੀਂ ਚੈੱਕ ਭੇਜਦੇ ਨੇ। ਇਸ ਦੌਰਾਨ ਬਲੈਕ ਕੈਟ BC ਸੁਸਾਇਟੀ ਨੇ ਕਿਹਾ ਹੈ ਕਿ ਸਿਆਲ ਦੇ ਵਿੱਚ ਲੋਕਾਂ ਦੀ ਮਦਦ ਕਰਨ ਵਾਲੇ ਦਾਨੀ ਸੱਜਣਾਂ ਦੀ ਜ਼ਰੂਰਤ ਅਤੇ ਹੜਤਾਲ ਕਾਰਨ ਉਹ ਆਰਥਿਕ ਸਹਾਇਤਾ ਭੇਜਣ ਦੇ ਸਮਰੱਥ ਨਹੀਂ ਨੇ। ਆਮ ਤੌਰ ਤੇ ਜਥੇਬੰਦੀ ਦੇ ਵੱਲੋਂ ਦਸੰਬਰ ਦੇ ਅੰਤ ਤੱਕ 5,000 ਤੋਂ 8,000 ਕੰਬਲ ਵੰਡੇ ਜਾਂਦੇ ਨੇ, ਪਰ ਜੇ ਹੜਤਾਲ ਲੰਮਾ ਸਮਾਂ ਜਾਰੀ ਰਹੀ ਤਾਂ ਗਿਣਤੀ ਲਾਜ਼ਮੀ ਤੌਰ ਤੇ ਪ੍ਰਭਾਵਿਤ ਹੋਵੇਗੀ। ਖੈਰਾਤੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਕਿ ਹੜਤਾਲ ਦੇ ਬਾਵਜੂਦ ਉਹ ਦਾਨ ਦੇਣ ਦਾ ਸਿਲਸਿਲਾ ਜਾਰੀ ਰੱਖਣ। ਉਧਰ ਕਿਰਤ ਮੰਤਰੀ ਸਟੀਵਨ ਮੈਕਿਨਨ ਵੱਲੋਂ ਸੋਸ਼ਲ ਮੀਡੀਆ ਰਾਹੀਂ ਇੱਕ ਪੋਸਟ ਸਾਂਝੀ ਕਰਦਿਆਂ ਪੀਟਰ ਸਿੰਪਸਨ ਨੂੰ ਦੋਹਾਂ ਧਿਰਾਂ ਵਿਚਾਲੇ ਵਾਰਤਾਕਾਰ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਜਲਦੀ ਦੋਵਾਂ ਧਿਰਾਂ ਦੇ ਨੁਮਾਇੰਦੇ ਗੱਲਬਾਤ ਦੇ ਟੇਬਲ ਤੇ ਆਮੋ ਸਾਹਮਣੇ ਹੋ ਸਕਦੇ ਨੇ। ਕਿਰਤ ਮੰਤਰੀ ਨੇ ਆਖਿਆ ਹੈ ਕਿ ਕੈਨੇਡਾ ਵਾਸੀਆਂ ਨੂੰ ਡਾਕ ਸੇਵਾਵਾਂ ਦੀ ਲੋੜ ਹੈ ਅਤੇ ਯੂਨੀਅਨ ਨੂੰ ਜਲਦ ਤੋਂ ਜਲਦ ਕਿਸੇ ਸਮਝੌਤੇ ਤੇ ਪੁੱਜ ਜਾਣਾ ਚਾਹੀਦਾ ਹੈ। ਦੱਸਦੇ ਕਿ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦੇ ਮੈਂਬਰ ਸ਼ੁੱਕਰਵਾਰ ਤੋਂ ਹੜਤਾਲ ਤੇ ਨੇ। ਯੂਨੀਅਨ ਦੀ ਦਲੀਲ ਹੈ ਕਿ ਉਹਨਾਂ ਦੇ ਕੋਲ ਹੜਤਾਲ ਤੋਂ ਸਿਵਾਏ ਕੋਈ ਚਾਰਾ ਬਾਕੀ ਨਹੀਂ ਬਚਿਆ। ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਦੀਆਂ ਵਧੇਰੇ ਮੰਗਾਂ ਬਾਰੇ ਸਹਿਮਤੀ ਦਿੱਤੀ ਜਾ ਚੁੱਕੀ ਹੈ। ਹੜਤਾਲ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਗੱਲਬਾਤ ਦੀ ਆਸ ਜਗਾਉਣ ਵਾਲੇ ਕਦਮਾਂ ਦੇ ਬਾਵਜੂਦ ਹਾਲੇ ਤੱਕ ਕੋਈ ਪੱਕਾ ਹੱਲ ਸਾਹਮਣੇ ਨਹੀਂ ਆਇਆ। ਖੈਰਾਤੀ ਸੰਸਥਾਵਾਂ, ਛੋਟੇ ਕਾਰੋਬਾਰੀਆਂ ਅਤੇ ਆਮ ਲੋਕਾਂ ਦੀ ਹੜਤਾਲ ਵੱਡੀ ਮੁਸ਼ਕਲ ਬਣਦੀ ਜਾ ਰਹੀ ਹੈ। ਜੇ ਹੜਤਾਲ ਲੰਬੇ ਸਮੇਂ ਤੱਕ ਚੱਲਦੀ ਰਹੀ ਤਾਂ ਸਰਦੀਆਂ ਵਿੱਚ ਮਦਦ ਦੀ ਉਮੀਦ ਰੱਖਣ ਵਾਲੇ ਹਜ਼ਾਰਾਂ ਲੋਕਾਂ ਲਈ ਇਹ ਸੰਕਟਮਈ ਸਥਿਤੀ ਪੈਦਾ ਕਰ ਸਕਦੀ ਹੈ। ਹੁਣ ਤਾਂ ਬਸ ਹੱਲ ਨਿਕਲਣ ਦੀ ਆਸ ਕੀਤੀ ਜਾ ਰਹੀ ਹੈ, ਪਰ ਹੱਲ ਕਦੋਂ ਨਿਕਲੇਗਾ ਇਹ ਭਵਿੱਖ ਦੇ ਗਰਭ ਦੇ ਵਿੱਚ ਹੈ। ਬਿਊਰੋ ਰਿਪੋਰਟ, ਦ ਟੀਵੀ NRI। ਆਪਣੇ ਪਰਿਵਾਰ ਨੂੰ ਖੁਸ਼ਹਾਲ ਅਤੇ ਆਰਾਮਦਾਇਕ ਜ਼ਿੰਦਗੀ ਦੇਣ ਦਾ ਸੁਪਨਾ ਹਰ ਕੋਈ ਵੇਖਦਾ ਹੈ। ਕਿਸੇ ਦਾ ਇਹ ਸੁਪਨਾ ਸਾਕਾਰ ਹੋ ਜਾਂਦਾ ਹੈ ਤੇ ਕਿਸੇ ਦਾ ਇਹ ਸੁਪਨਾ ਅਧੂਰਾ ਰਹਿ ਜਾਂਦਾ ਹੈ। ਕੁਝ ਇਸੇ ਤਰੀਕੇ ਦਾ ਹੀ ਸੁਪਨਾ ਸੰਜੋਈ ਇੱਕ ਪਰਿਵਾਰ ਭਾਰਤ ਤੋਂ ਕੈਨੇਡਾ ਜਾਂਦਾ ਹੈ ਤੇ ਫਿਰ 2 ਲੋਕ ਉਸ ਪਰਿਵਾਰ ਨੂੰ ਇਲੀਗਲ ਤਰੀਕੇ ਨਾਲ ਅਮਰੀਕਾ ਲਿਜਾਣ ਦੀ ਇੱਕ ਪੇਸ਼ਕਸ਼ ਕਰਦੇ ਨੇ ਤੇ ਫਿਰ ਉਹ ਪਰਿਵਾਰ ਅਮਰੀਕਾ ਜਾਣ ਦੇ ਲਈ ਕੈਨੇਡਾ ਅਮਰੀਕਾ ਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਅਫਸੋਸ ਕਿ ਉਹ ਪਰਿਵਾਰ ਅਮਰੀਕਾ ਕਦੇ ਪਹੁੰਚ ਹੀ ਨਹੀਂ ਸਕਿਆ ਤੇ ਰਾਸਤੇ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਤੇ ਉਹ ਬਾਰਡਰ ਉਹਨਾਂ ਦੇ ਲਈ ਕਾਲ ਬਣ ਗਿਆ। ਤੇ ਹੁਣ ਇਸ ਮਾਮਲੇ ਦੀ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ। ਕਰੀਬ 2 ਸਾਲ ਬਾਅਦ ਇਸ ਮਾਮਲੇ ਦੀ ਹੁਣ ਕੋਰਟ ਵਿੱਚ ਸੁਣਵਾਈ ਹੋਣ ਜਾ ਰਹੀ ਹੈ। ਪਰ ਕਿਸ ਤਰੀਕੇ ਨਾਲ ਇਹ ਪੂਰੀ ਘਟਨਾ ਵਾਪਰੀ ਤੇ ਆਖਰ ਉਹਨਾਂ 4 ਲੋਕਾਂ ਦਾ ਕਾਤਿਲ ਕੌਣ ਹੈ, ਇਸ ਰਿਪੋਰਟ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਭਾਰਤ ਤੋਂ ਕੈਨੇਡਾ ਤੱਕ ਫੈਲੇ ਅਪਰਾਧਿਕ ਨੈਟਵਰਕ ਵਿੱਚ ਬਿਹਤਰ ਜ਼ਿੰਦਗੀ ਦੀ ਮੰਗ ਕਰਨ ਵਾਲੇ ਪਰਿਵਾਰਾਂ ਨੂੰ ਤਸਕਰੀ ਕਰਕੇ ਅਮਰੀਕਾ ਵਿੱਚ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਵਿੱਚੋਂ ਕਈਆਂ ਨਾਲ ਭਿਆਨਕ ਘਟਨਾਵਾਂ ਵਾਪਰਦੀਆਂ ਨੇ। ਇਸੇ ਤਰ੍ਹਾਂ ਦੇ ਇੱਕ ਭਾਰਤੀ ਪਰਿਵਾਰ ਦੀ 2 ਸਾਲ ਪਹਿਲਾਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਭਾਰੀ ਬਰਫ਼ਬਾਰੀ ਅਤੇ ਹੱਡੀਆਂ ਨੂੰ ਜਮਾ ਦੇਣ ਵਾਲੀ ਕੜਾਕੇ ਦੀ ਠੰਡ ਕਾਰਨ ਮੌਤ ਹੋ ਗਈ। ਪਰਿਵਾਰ ਦੇ ਮਰਦ ਮੈਂਬਰ ਜਗਦੀਸ਼ ਪਟੇਲ ਨੇ ਆਪਣੇ 3 ਸਾਲ ਦੇ ਬੇਟੇ ਨੂੰ ਗੋਦੀ ਵਿੱਚ ਲੈਂਦੇ ਹੋਏ ਆਪਣੀ ਜਾਨ ਗਵਾ ਦਿੱਤੀ। ਇਸ ਦੌਰਾਨ ਉਸ ਦੀ ਪਤਨੀ ਅਤੇ ਉਸ ਦੀ ਧੀ ਵੀ ਨਹੀਂ ਬਚੀਆਂ।
ਫੈਡਰਲ ਵਕੀਲ ਹੁਣ ਮਿਨੀਸੋਟਾ ਵਿੱਚ ਵਾਪਰੀ ਘਟਨਾ ਨਾਲ ਸੰਬੰਧਿਤ ਮੁਕੱਦਮੇ ਵਿੱਚ ਬਹਿਸ ਕਰਨਗੇ। ਸਰਕਾਰੀ ਵਕੀਲਾਂ ਨੇ ਭਾਰਤੀ ਨਾਗਰਿਕ ਹਰਸ਼ ਕੁਮਾਰ ਰਮਨ ਲਾਲ ਪਟੇਲ ਤੇ ਸਾਜ਼ਿਸ਼ ਨੂੰ ਅੰਜਾਮ ਦੇਣ ਅਤੇ ਫਲੋਰੀਡਾ ਦੇ 50 ਸਾਲਾ ਸਟੀਵ ਸ਼ੈਡ ਤੇ 11 ਪ੍ਰਵਾਸੀਆਂ ਲਈ ਟਰੱਕ ਵਿੱਚ ਉਡੀਕ ਕਰਨ ਦਾ ਇਲਜ਼ਾਮ ਲਗਾਇਆ ਹੈ। ਇਹਨਾਂ ਪ੍ਰਵਾਸੀਆਂ ਵਿੱਚ ਪਟੇਲ ਜੋੜਾ ਅਤੇ ਉਹਨਾਂ ਦੇ 2 ਬੱਚੇ ਵੀ ਸ਼ਾਮਿਲ ਨੇ, ਜਿਨ੍ਹਾਂ ਦੀ ਅਮਰੀਕਾ ਜਾਣ ਦੀ ਕੋਸ਼ਿਸ਼ ਦੌਰਾਨ ਮੌਤ ਹੋ ਗਈ ਸੀ। ਇਸਤਗਾਸਾ ਦਾ ਕਹਿਣਾ ਹੈ ਕਿ ਹਰਸ਼ ਪਟੇਲ ਨੇ ਔਰਲੈਂਡੋ ਦੇ ਉੱਤਰ ਵਿੱਚ ਡੈਲਟੋਨਾ, ਫਲੋਰੀਡਾ ਵਿੱਚ ਆਪਣੇ ਘਰ ਨੇੜੇ ਇੱਕ ਕੈਸੀਨੋ ਵਿੱਚ ਕੰਮ ਕਰਨ ਲਈ ਸ਼ੈਡ ਨੂੰ ਭਰਤੀ ਕੀਤਾ ਸੀ। ਇਸ ਘਟਨਾ ਜਗਦੀਸ਼ ਪਟੇਲ, ਉਹਨਾਂ ਦੀ ਪਤਨੀ ਵੈਸ਼ਾਲੀ ਬੇਨ, 11 ਸਾਲਾ ਬੇਟੀ ਵਿਹਾਂਗੀ ਅਤੇ ਉਹਨਾਂ ਦੇ 3 ਸਾਲਾ ਬੇਟੇ ਧਾਰਮਿਕ ਦੀ ਮੌਤ ਹੋ ਗਈ। ਗੁਜਰਾਤ ਰਾਜ ਦੇ ਡਿਗੂਚਾ ਪਿੰਡ ਦੇ ਰਹਿਣ ਵਾਲੇ ਜਗਦੀਸ਼ ਪਟੇਲ ਦੇ ਪਰਿਵਾਰ ਨੇ ਠੰਡ ਦੇ ਮੌਸਮ ਵਿੱਚ ਖੇਤਾਂ ਵਿੱਚ ਘੁੰਮਦੇ ਹੋਏ ਕਈ ਘੰਟੇ ਬਿਤਾਏ ਸਨ, ਜਿੱਥੇ ਤਾਪਮਾਨ -36 ਫਾਰਨਹੀਟ ਤੱਕ ਪਹੁੰਚ ਗਿਆ ਸੀ, ਯਾਨੀ ਕਿ -38 ਡਿਗਰੀ ਸੈਲਸੀਅਸ ਤੱਕ। ਕੈਨੇਡੀਅਨ ਅਧਿਕਾਰੀਆਂ ਦੁਆਰਾ 19 ਜਨਵਰੀ 2022 ਦੀ ਸਵੇਰ ਨੂੰ ਪਟੇਲ ਪਰਿਵਾਰ ਦੇ ਮੈਂਬਰਾਂ ਦੀਆਂ ਜੰਮੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਜਗਦੀਸ਼ ਪਟੇਲ ਨੇ ਆਪਣੇ 3 ਸਾਲ ਦੇ ਬੇਟੇ ਧਾਰਮਿਕ ਨੂੰ ਕੰਬਲ ਵਿੱਚ ਲਪੇਟਿਆ ਹੋਇਆ ਸੀ। ਫੈਡਰਲ ਵਕੀਲਾਂ ਦਾ ਕਹਿਣਾ ਹੈ ਕਿ ਹਰਸ਼ ਪਟੇਲ ਅਤੇ ਸ਼ੈਡ ਇੱਕ ਆਪਰੇਸ਼ਨ ਦਾ ਹਿੱਸਾ ਸਨ ਜੋ ਭਾਰਤ ਵਿੱਚ ਗਾਹਕਾਂ ਦੀ ਭਾਲ ਕਰਦੇ ਸਨ। ਉਹਨਾਂ ਨੂੰ ਕੈਨੇਡੀਅਨ ਵਿਦਿਆਰਥੀ ਵੀਜ਼ਾ ਦਿਵਾਉਂਦੇ ਸਨ, ਆਵਾਜਾਈ ਦਾ ਪ੍ਰਬੰਧ ਕਰਦੇ ਸਨ ਅਤੇ ਉਹਨਾਂ ਨੂੰ ਜ਼ਿਆਦਾਤਰ ਵਾਸ਼ਿੰਗਟਨ ਸੂਬੇ ਜਾਂ ਮਿਨੀਸੋਟਾ ਤੋਂ ਅਮਰੀਕਾ ਵਿੱਚ ਤਸਕਰੀ ਕਰਦੇ ਸਨ। ਯੂਐਸ ਬਾਰਡਰ ਪੋਰਟਲ ਨੇ 30 ਸਤੰਬਰ ਨੂੰ ਖਤਮ ਹੋਏ ਸਾਲ ਵਿੱਚ ਕੈਨੇਡੀਅਨ ਸਰਹੱਦ ਤੇ 14,000 ਤੋਂ ਵੱਧ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ। ਪੀਯੂ ਰਿਸਰਚ ਸੈਂਟਰ ਦਾ ਅੰਦਾਜ਼ਾ ਹੈ ਕਿ 2022 ਤੱਕ ਅਮਰੀਕਾ 'ਚ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਦੀ ਗਿਣਤੀ 7,25,000 ਨੂੰ ਪਾਰ ਕਰ ਜਾਵੇਗੀ ਅਤੇ ਇਸ ਮਾਮਲੇ 'ਚ ਸਿਰਫ ਮੈਕਸੀਕੋ ਅਤੇ ਅਲ ਸਲਵਾਡੋਰ ਦੇ ਲੋਕ ਭਾਰਤੀਆਂ ਦੀ ਗਿਣਤੀ ਤੋਂ ਜ਼ਿਆਦਾ ਹੋਣਗੇ। ਹਰਸ਼ ਕੁਮਾਰ ਪਟੇਲ ਦੇ ਅਟਾਰਨੀ ਥਾਮਸ ਲਿਨਵੇਬਰ ਨੇ ਦੱਸਿਆ ਕਿ ਉਸ ਦਾ ਮੁਵੱਕਲ ਗਰੀਬੀ ਤੋਂ ਬਚਣ ਅਤੇ ਆਪਣੇ ਲਈ ਬਿਹਤਰ ਜੀਵਨ ਦੀ ਭਾਲ ਕਰਨ ਲਈ ਸੰਯੁਕਤ ਰਾਜ ਅਮਰੀਕਾ ਆਇਆ ਸੀ ਅਤੇ ਹੁਣ ਉਸ ਤੇ ਇਸ ਭਿਆਨਕ ਅਪਰਾਧ ਵਿੱਚ ਹਿੱਸਾ ਲੈਣ ਦਾ ਗਲਤ ਇਲਜ਼ਾਮ ਲਗਾਇਆ ਗਿਆ। ਲਿਨਵੇਬਰ ਅਨੁਸਾਰ ਉਸ ਦੇ ਮੁਵੱਕਲ ਨੂੰ ਇਸ ਦੇਸ਼ ਦੀ ਨਿਆਂ ਪ੍ਰਣਾਲੀ ਵਿੱਚ ਭਰੋਸਾ ਹੈ ਤੇ ਉਸ ਨੂੰ ਭਰੋਸਾ ਹੈ ਕਿ ਮੁਕੱਦਮੇ ਵਿੱਚ ਸੱਚਾਈ ਸਾਹਮਣੇ ਆਵੇਗੀ। ਇਸ ਮਾਮਲੇ 'ਚ ਹਰਸ਼ ਅਤੇ ਸ਼ੈਡ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ ਤੇ ਹੁਣ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋ ਗਈ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ 'ਚ ਨਿਆਂ ਹੋਵੇਗਾ। ਬਿਊਰੋ ਰਿਪੋਰਟ, ਦ ਟੀਵੀ NRI। ਕੁਝ ਦਿਨ ਪਹਿਲਾਂ ਹੈਲੀਫੈਕਸ ਦੀ ਇੱਕ ਬੇਕਰੀ ਦੇ ਵਿੱਚ ਇੱਕ ਪੰਜਾਬਣ ਦੀ ਲਾਸ਼ ਮਿਲੀ ਸੀ। ਲਾਸ਼ ਜਿਸ ਹਾਲਤ ਦੇ ਵਿੱਚ ਮਿਲੀ ਸੀ ਉਸਨੇ ਹਰੇਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਤੇ ਸਭ ਦੇ ਮਨ ਦੇ ਵਿੱਚ ਇੱਕ ਹੀ ਸਵਾਲ ਸੀ ਕਿ ਆਖਰ ਇਹ ਮੌਤ ਕੋਈ ਹਾਦਸਾ ਹੈ ਜਾਂ ਫਿਰ ਸੁਰੱਖਿਆ ਨਿਯਮਾਂ ਦੇ ਵਿੱਚ ਅਣਦੇਖੀ ਦਾ ਨਤੀਜਾ। ਤੇ ਹੁਣ ਇਸ ਸਵਾਲ ਦਾ ਜਵਾਬ ਮਿਲ ਗਿਆ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅੰਤਿਮ ਰਿਪੋਰਟ ਸੌਂਪ ਦਿੱਤੀ ਗਈ ਹੈ। ਪਰ ਉਸ ਰਿਪੋਰਟ ਦੇ ਵਿੱਚ ਕੀ ਹੈ, ਆਓ ਜਾਣਦੇ ਹਾਂ। ਹੈਲੀਫੈਕਸ ਦੇ ਵਾਲਮਾਰਟ ਵਿੱਚ ਹੋਈ ਪੰਜਾਬੀ ਲੜਕੀ ਦੀ ਮੌਤ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਹੈਲੀਫੈਕਸ ਪੁਲਿਸ ਨੇ 19 ਸਾਲਾ ਕੁੜੀ ਦੀ ਮੌਤ ਦੀ ਜਾਂਚ ਖਤਮ ਕਰ ਦਿੱਤੀ ਹੈ, ਜਿਸ ਦੀ ਲਾਸ਼ ਇੱਕ ਵਾਲਮਾਰਟ ਸਟੋਰ ਦੇ ਬੇਕਰੀ ਸੈਕਸ਼ਨ ਵਿੱਚ ਓਵਨ ਤੋਂ ਮਿਲੀ ਸੀ। ਪੁਲਿਸ ਨੇ ਦੱਸਿਆ ਕਿ ਮੌਤ ਸੰਦਿਗਧ ਨਹੀਂ ਸੀ ਅਤੇ ਇਸ ਵਿੱਚ ਕੋਈ ਵੀ ਸ਼ੱਕ ਵਾਲੀ ਗੱਲ ਜਾਂ ਕ੍ਰਿਮੀਨਲ ਕਾਰਵਾਈ ਨਹੀਂ ਸੀ। ਦੱਸਦੀ ਕਿ ਇਹ ਘਟਨਾ 19 ਅਕਤੂਬਰ ਨੂੰ ਵਾਪਰੀ ਸੀ ਜਦੋਂ ਮਹਿਲਾ ਮੁਲਾਜ਼ਮ ਦੀ ਮੌਤ ਦੀ ਰਿਪੋਰਟ ਕੀਤੀ ਗਈ। ਇਹ ਘਟਨਾ ਹੈਲੀਫੈਕਸ ਦੇ ਮਮਫੋਰਡ ਰੋਡ ਸਥਿਤ ਵਾਲਮਾਰਟ ਸਟੋਰ ਤੇ ਵਾਪਰੀ ਸੀ। ਪੁਲਿਸ ਨੇ ਕਿਹਾ ਕਿ ਘਟਨਾ ਦੀ ਜਾਂਚ ਮੁਕੰਮਲ ਹੋ ਚੁੱਕੀ ਹੈ ਅਤੇ ਇਸ ਦੇ ਵੇਰਵੇ ਲੜਕੀ ਦੇ ਪਰਿਵਾਰ ਨਾਲ ਸਾਂਝੇ ਵੀ ਕੀਤੇ ਗਏ ਨੇ। ਜ਼ਿਕਰਯੋਗ ਹੈ ਕਿ ਮ੍ਰਿਤਕ ਦੀ ਪਛਾਣ ਗੁਰਸਿਮਰਨ ਕੌਰ ਵਜੋਂ ਹੋਈ ਸੀ, ਜੋ ਕਿ ਮੂਲ ਤੌਰ ਤੇ ਭਾਰਤ ਤੋਂ ਸੀ। ਗੁਰਸਿਮਰਨ ਕੌਰ ਅਤੇ ਉਸ ਦੀ ਮਾਂ ਕੈਨੇਡਾ ਦੇ ਵਿੱਚ ਆ ਕੇ ਸੈਟਲ ਹੋਈਆਂ ਸਨ। ਦੋਵੇਂ ਮਾਵਾਂ ਧੀਆਂ ਪਿਛਲੇ 2 ਸਾਲਾਂ ਤੋਂ ਇਸ ਸਟੋਰ ਦੀ ਬੇਕਰੀ ਵਿੱਚ ਕੰਮ ਕਰ ਰਹੀਆਂ ਸਨ। ਇਹ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਘਟਨਾ ਉਸ ਸਮੇਂ ਵਾਪਰੀ ਜਦੋਂ ਗੁਰਸਿਮਰਨ ਦੀ ਮਾਂ ਆਪਣੇ ਹੀ ਕੰਮ ਵਾਲੇ ਸਥਾਨ ਤੇ ਆਪਣੀ ਬੇਟੀ ਦੀ ਲਾਸ਼ ਓਵਨ ਦੇ ਅੰਦਰ ਦੇਖ ਕੇ ਰੋ ਪਈ। ਇਹ ਘਟਨਾ ਹੋਣ ਤੋਂ ਬਾਅਦ ਨੋਵਾ ਸਕੋਸ਼ੀਆ ਦੇ ਕਿਰਤ ਵਿਭਾਗ ਨੇ ਸਟੋਰ ਵਿੱਚ ਸੁਰੱਖਿਆ ਮਾਪਦੰਡਾਂ ਦੀ ਜਾਂਚ ਵੀ ਕੀਤੀ। ਇਸ ਦੌਰਾਨ ਸਟੋਰ ਤੇ ਇੱਕ ਸਟਾਪ ਵਰਕ ਆਰਡਰ ਜਾਰੀ ਕੀਤਾ ਗਿਆ ਸੀ। ਪਿਛਲੇ ਮਹੀਨੇ ਆਰਡਰ ਹਟਾਇਆ ਗਿਆ ਜਦੋਂ ਸੁਰੱਖਿਆ ਮਾਪਦੰਡਾਂ ਦੀ ਪੂਰੀ ਪਾਲਣਾ ਹੋਈ। ਹੈਲੀਫੈਕਸ ਪੁਲਿਸ ਨੇ ਘਟਨਾ ਦੀ ਸਥਿਤੀ ਨੂੰ ਲੈ ਕੇ ਸਪਸ਼ਟ ਕੀਤਾ ਹੈ ਕਿ ਇਸ ਮੌਤ ਵਿੱਚ ਕੋਈ ਵੀ ਸੰਦਿਗਧ ਤੱਤ ਨਹੀਂ ਹੈ। ਪੁਲਿਸ ਨੇ ਲੜਕੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅਪੀਲ ਕੀਤੀ ਕਿ ਲੋਕ ਮ੍ਰਿਤਕ ਦੇ ਪਰਿਵਾਰ ਨਾਲ ਸੰਵੇਦਨਾ ਰੱਖਣ। ਇਹ ਮਾਮਲਾ ਕੈਨੇਡਾ ਵਿੱਚ ਇਮੀਗ੍ਰੇਸ਼ਨ ਮਜ਼ਦੂਰਾਂ ਦੀ ਸੁਰੱਖਿਆ ਅਤੇ ਵੈਲਫੇਅਰ ਨੂੰ ਲੈ ਕੇ ਹੋਰ ਗੰਭੀਰ ਚਰਚਾਵਾਂ ਨੂੰ ਜਨਮ ਦੇ ਸਕਦਾ ਹੈ। ਇਸ ਦੁਖਦਾਈ ਘਟਨਾ ਨੇ ਸਿਰਫ ਇੱਕ ਪਰਿਵਾਰ ਲਈ ਹੀ ਨਹੀਂ ਸਗੋਂ ਸਾਰੇ ਸਿੱਖ ਭਾਈਚਾਰੇ ਅਤੇ ਕੈਨੇਡੀਅਨ ਸਮਾਜ ਲਈ ਵੀ ਡੂੰਘੇ ਸਵਾਲ ਖੜੇ ਕੀਤੇ ਨੇ, ਜਦਕਿ ਪੁਲਿਸ ਨੇ ਇਸ ਘਟਨਾ ਨੂੰ ਸੰਦਿਗਧ ਕਰਾਰ ਨਹੀਂ ਦਿੱਤਾ। ਇਹ ਮਾਮਲਾ ਮੁਲਾਜ਼ਮਾਂ ਦੀ ਸੁਰੱਖਿਆ, ਕੰਮਕਾਜ ਦੀਆਂ ਸਥਿਤੀਆਂ ਅਤੇ ਵਿਆਪਕ ਸੁਰੱਖਿਆ ਮਾਪਦੰਡਾਂ ਤੇ ਗੰਭੀਰ ਚਰਚਾ ਦੀ ਲੋੜ ਨੂੰ ਮਹਿਸੂਸ ਕਰਵਾਉਂਦਾ ਹੈ। ਹੁਣ ਸਵਾਲ ਇਹ ਹੈ ਕਿ ਕੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਪ੍ਰਣਾਲੀਆਂ ਵਿੱਚ ਕੋਈ ਵੱਡੇ ਬਦਲਾਅ ਹੋਣਗੇ ਜਾਂ ਫਿਰ ਨਹੀਂ। ਬਿਊਰੋ ਰਿਪੋਰਟ, ਦ ਟੀਵੀ NRI।
ਕੁਝ ਦਿਨ ਪਹਿਲਾਂ ਹੈਲੀਫੈਕਸ ਦੀ ਇੱਕ ਬੇਕਰੀ ਦੇ ਵਿੱਚ ਇੱਕ ਪੰਜਾਬਣ ਦੀ ਲਾਸ਼ ਮਿਲੀ ਸੀ। ਲਾਸ਼ ਜਿਸ ਹਾਲਤ ਦੇ ਵਿੱਚ ਮਿਲੀ ਸੀ ਉਸਨੇ ਹਰੇਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਤੇ ਸਭ ਦੇ ਮਨ ਦੇ ਵਿੱਚ ਇੱਕ ਹੀ ਸਵਾਲ ਸੀ ਕਿ ਆਖਰ ਇਹ ਮੌਤ ਕੋਈ ਹਾਦਸਾ ਹੈ ਜਾਂ ਫਿਰ ਸੁਰੱਖਿਆ ਨਿਯਮਾਂ ਦੇ ਵਿੱਚ ਅਣਦੇਖੀ ਦਾ ਨਤੀਜਾ। ਤੇ ਹੁਣ ਇਸ ਸਵਾਲ ਦਾ ਜਵਾਬ ਮਿਲ ਗਿਆ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅੰਤਿਮ ਰਿਪੋਰਟ ਸੌਂਪ ਦਿੱਤੀ ਗਈ ਹੈ। ਪਰ ਉਸ ਰਿਪੋਰਟ ਦੇ ਵਿੱਚ ਕੀ ਹੈ, ਆਓ ਜਾਣਦੇ ਹਾਂ। ਹੈਲੀਫੈਕਸ ਦੇ ਵਾਲਮਾਰਟ ਵਿੱਚ ਹੋਈ ਪੰਜਾਬੀ ਲੜਕੀ ਦੀ ਮੌਤ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਹੈਲੀਫੈਕਸ ਪੁਲਿਸ ਨੇ 19 ਸਾਲਾ ਕੁੜੀ ਦੀ ਮੌਤ ਦੀ ਜਾਂਚ ਖਤਮ ਕਰ ਦਿੱਤੀ ਹੈ, ਜਿਸ ਦੀ ਲਾਸ਼ ਇੱਕ ਵਾਲਮਾਰਟ ਸਟੋਰ ਦੇ ਬੇਕਰੀ ਸੈਕਸ਼ਨ ਵਿੱਚ ਅਵਨ ਤੋਂ ਮਿਲੀ ਸੀ। ਪੁਲਿਸ ਨੇ ਦੱਸਿਆ ਕਿ ਮੌਤ ਸੰਦਿਗਧ ਨਹੀਂ ਸੀ ਅਤੇ ਇਸ ਵਿੱਚ ਕੋਈ ਵੀ ਸ਼ੱਕ ਵਾਲੀ ਗੱਲ ਜਾਂ ਕ੍ਰਿਮੀਨਲ ਕਾਰਵਾਈ ਨਹੀਂ ਸੀ। ਦੱਸ ਦਈਏ ਕਿ ਇਹ ਘਟਨਾ 19 ਅਕਤੂਬਰ ਨੂੰ ਵਾਪਰੀ ਸੀ, ਜਦੋਂ ਮਹਿਲਾ ਮੁਲਾਜ਼ਮ ਦੀ ਮੌਤ ਦੀ ਰਿਪੋਰਟ ਕੀਤੀ ਗਈ। ਇਹ ਘਟਨਾ ਹੈਲੀਫੈਕਸ ਦੇ ਮਮਫੋਰਡ ਰੋਡ ਸਥਿਤ ਵਾਲਮਾਰਟ ਸਟੋਰ ਤੇ ਵਾਪਰੀ ਸੀ। ਪੁਲਿਸ ਨੇ ਕਿਹਾ ਕਿ ਘਟਨਾ ਦੀ ਜਾਂਚ ਮੁਕੰਮਲ ਹੋ ਚੁੱਕੀ ਹੈ ਅਤੇ ਇਸ ਦੇ ਵੇਰਵੇ ਲੜਕੀ ਦੇ ਪਰਿਵਾਰ ਨਾਲ ਸਾਂਝੇ ਵੀ ਕੀਤੇ ਗਏ ਨੇ। ਜ਼ਿਕਰਯੋਗ ਹੈ ਕਿ ਮ੍ਰਿਤਕ ਦੀ ਪਛਾਣ ਗੁਰਸਿਮਰਨ ਕੌਰ ਵਜੋਂ ਹੋਈ ਸੀ, ਜੋ ਕਿ ਮੂਲ ਤੌਰ ਤੇ ਭਾਰਤ ਤੋਂ ਸੀ। ਗੁਰਸਿਮਰਨ ਕੌਰ ਅਤੇ ਉਸ ਦੀ ਮਾਂ ਕੈਨੇਡਾ ਦੇ ਵਿੱਚ ਆ ਕੇ ਸੈਟਲ ਹੋਈਆਂ ਸਨ। ਦੋਵੇਂ ਮਾਵਾਂ ਧੀਆਂ ਪਿਛਲੇ 2 ਸਾਲਾਂ ਤੋਂ ਇਸ ਸਟੋਰ ਦੀ ਬੇਕਰੀ ਵਿੱਚ ਕੰਮ ਕਰ ਰਹੀਆਂ ਸਨ। ਇਹ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਘਟਨਾ ਉਸ ਸਮੇਂ ਵਾਪਰੀ ਜਦੋਂ ਗੁਰਸਿਮਰਨ ਦੀ ਮਾਂ ਆਪਣੇ ਹੀ ਕੰਮ ਵਾਲੇ ਸਥਾਨ ਤੇ ਆਪਣੀ ਬੇਟੀ ਦੀ ਲਾਸ਼ ਅਵਨ ਦੇ ਅੰਦਰ ਦੇਖ ਕੇ ਰੋ ਪਈ। ਇਹ ਘਟਨਾ ਹੋਣ ਤੋਂ ਬਾਅਦ ਨੋਵਾ ਸਕੋਸ਼ੀਆ ਦੇ ਕਿਰਤ ਵਿਭਾਗ ਨੇ ਸਟੋਰ ਵਿੱਚ ਸੁਰੱਖਿਆ ਮਾਪਦੰਡਾਂ ਦੀ ਜਾਂਚ ਵੀ ਕੀਤੀ। ਇਸ ਦੌਰਾਨ ਸਟੋਰ ਤੇ ਇੱਕ ਸਟਾਪ ਵਰਕ ਆਰਡਰ ਜਾਰੀ ਕੀਤਾ ਗਿਆ ਸੀ। ਪਿਛਲੇ ਮਹੀਨੇ ਆਰਡਰ ਹਟਾਇਆ ਗਿਆ ਜਦੋਂ ਸੁਰੱਖਿਆ ਮਾਪਦੰਡਾਂ ਦੀ ਪੂਰੀ ਪਾਲਣਾ ਹੋਈ। ਹੈਲੀਫੈਕਸ ਪੁਲਿਸ ਨੇ ਘਟਨਾ ਦੀ ਸਥਿਤੀ ਨੂੰ ਲੈ ਕੇ ਸਪਸ਼ਟ ਕੀਤਾ ਹੈ ਕਿ ਇਸ ਮੌਤ ਵਿੱਚ ਕੋਈ ਵੀ ਸੰਦਿਗਧ ਤੱਤ ਨਹੀਂ ਹੈ। ਪੁਲਿਸ ਨੇ ਲੜਕੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅਪੀਲ ਕੀਤੀ ਕਿ ਲੋਕ ਮ੍ਰਿਤਕ ਦੇ ਪਰਿਵਾਰ ਨਾਲ ਸੰਵੇਦਨਾ ਰੱਖਣ। ਇਹ ਮਾਮਲਾ ਕੈਨੇਡਾ ਵਿੱਚ ਇਮੀਗ੍ਰੇਸ਼ਨ ਮਜ਼ਦੂਰਾਂ ਦੀ ਸੁਰੱਖਿਆ ਅਤੇ ਵੈਲਫੇਅਰ ਨੂੰ ਲੈ ਕੇ ਹੋਰ ਗੰਭੀਰ ਚਰਚਾਵਾਂ ਨੂੰ ਜਨਮ ਦੇ ਸਕਦਾ ਹੈ। ਇਸ ਦੁਖਦਾਈ ਘਟਨਾ ਨੇ ਸਿਰਫ ਇੱਕ ਪਰਿਵਾਰ ਲਈ ਹੀ ਨਹੀਂ, ਸਗੋਂ ਸਾਰੇ ਸਿੱਖ ਭਾਈਚਾਰੇ ਅਤੇ ਕੈਨੇਡੀਅਨ ਸਮਾਜ ਲਈ ਵੀ ਡੂੰਘੇ ਸਵਾਲ ਖੜੇ ਕੀਤੇ ਨੇ, ਜਦਕਿ ਪੁਲਿਸ ਨੇ ਇਸ ਘਟਨਾ ਨੂੰ ਸੰਦਿਗਧ ਕਰਾਰ ਨਹੀਂ ਦਿੱਤਾ। ਇਹ ਮਾਮਲਾ ਮੁਲਾਜ਼ਮਾਂ ਦੀ ਸੁਰੱਖਿਆ, ਕੰਮਕਾਜ ਦੀਆਂ ਸਥਿਤੀਆਂ ਅਤੇ ਵਿਆਪਕ ਸੁਰੱਖਿਆ ਮਾਪਦੰਡਾਂ ਤੇ ਗੰਭੀਰ ਚਰਚਾ ਦੀ ਲੋੜ ਨੂੰ ਮਹਿਸੂਸ ਕਰਵਾਉਂਦਾ ਹੈ। ਹੁਣ ਸਵਾਲ ਇਹ ਹੈ ਕਿ ਕੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਪ੍ਰਣਾਲੀਆਂ ਵਿੱਚ ਕੋਈ ਵੱਡੇ ਬਦਲਾਅ ਹੋਣਗੇ ਜਾਂ ਫਿਰ ਨਹੀਂ। ਬਿਊਰੋ ਰਿਪੋਰਟ, ਦ ਟੀਵੀ NRI। ਤੇ ਇਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਹੋਰ ਅਪਡੇਟਸ ਤੇ ਪ੍ਰੋਗਰਾਮ ਲਈ ਤੁਸੀਂ ਬਣੇ ਰਹੋ ਦਾ ਟੀਵੀ NRI ਦੇ ਨਾਲ ਤੇ ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।